ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੰਡਸਟਰੀ ਟ੍ਰੇਡ ਵਾਲੇ ਰੌਲਾ ਪਾ ਰਹੇ ਆ ਜੀ, ਇਹ 650 ਕਰੋੜ ਰੁਪਏ ਦਾ ਮੈਂ 350 ਕਰੋੜ ਚ ਕਰਾ ਸਕਦਾ, ਮੈਂ 250 ਕਰੋੜ ਚ ਕਰਾ ਸਕਦਾ। ਇਹ ਆਪਣਾ ਲਿਖਤੀ ਪਲਾਨ ਬਣਾ ਕੇ ਦੇਣ ਮੇਅਰ ਸਾਹਿਬ ਨੂੰ। ਕੀ ਮੈਂ ਤੁਹਾਨੂੰ ਹੀ ਪੁੱਛਦਾ, ਤੁਸੀਂ ਕਾਂਗਰਸ ਦੇ ਇੰਨੇ ਸੀਨੀਅਰ ਲੀਡਰ ਹੋ ਕਿ ਤੁਹਾਨੂੰ ਪਤਾ ਇਹ ਟੈਂਡਰ ਕਿਹਨੂੰ ਮਿਲਿਆ? ਜੇ ਮੇਅਰ ਸਾਹਿਬ ਨੂੰ ਨਹੀਂ ਪਤਾ ਤਾਂ ਮਾੜੀ ਗੱਲ ਹੈ, ਮੇਅਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ। ਦੇਖੋ ਅਸੀਂ ਲੋਕਾਂ ਨੇ ਵੋਟਾਂ ਲਈਆਂ ਲੋਕਾਂ ਤੋਂ, ਇਹ ਜ਼ਰੂਰ ਨਹੀਂ ਲੋਕ ਸਾਡੇ ਕੋਲ ਚੱਲ ਕੇ ਆਉਣ। ਜਦ ਅਸੀਂ ਇਲੈਕਸ਼ਨ 'ਚ ਲੋਕਾਂ ਕੋਲ ਚੱਲ ਕੇ ਜਾਂਦੇ ਆ ਤੇ ਅੱਜ ਲੋਕਾਂ ਦੀ ਜਾਨ 'ਚ ਸਾਨੂੰ ਕੀ ਪ੍ਰੋਬਲਮ ਹੈ? ਇਹ ਟ੍ਰੇਡ ਐਂਡ ਇੰਡਸਟਰੀ ਜਿਹੜੀ ਤੁਹਾਨੂੰ ਲੋਕਾਂ ਨੂੰ ਇੰਨਾ ਸਰਕਾਰ ਚਲਾਉਣ ਲਈ ਟੈਕਸ ਦਿੰਦੀ ਹੈ, ਜੇ ਉਹ ਆਪਣਾ ਅੱਜ ਕਿਸੇ ਪ੍ਰੋਜੈਕਟ ਦਾ ਹਿਸਾਬ ਮੰਗ ਲੇ ਕਿ ਉਹ ਗਲਤ ਹੈ? ਇਹ ਜਿਹੜੀ ਨਾਲੇ ਦੀ ਡਿਵੈਲਪਮੈਂਟ ਹੋਣੀ ਹੈ ਇੱਥੇ ਲਿਖਿਆ ਨਹੀਂ ਜਾਣਾ ਵੀ ਇਹ ਕਾਂਗਰਸ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਜਾਂ ਇੱਥੇ ਬੀਜੇਪੀ ਵਾਲਿਆਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ। ਇਸ ਮਸਲੇ ਨੂੰ ਪੋਲੀਟੀਕਲ ਨਾ ਬਣਾਇਆ ਜਾਏ ਕਿਉਂਕਿ ਜਨਹਿਤ ਨਾਲ ਜੁੜਿਆ ਹੋਇਆ। ਤੁਸੀਂ ਤਾਂ ਵੈਸੇ ਹੀ ਜਨਹਿਤੈਸ਼ੀ ਹੋ, ਥੋੜਾ ਤਾਂ ਚੈਨਲ ਜਨਹਿਤੈਸ਼ੀ ਹੈ, ਇਹ ਵੀ ਜਨਹਿਤੈਸ਼ੀ ਦਾ ਹੀ ਕੰਮ ਹੈ। ਤੁਹਾਡੇ ਦੌਰ 'ਚ ਇਹ ਵੀ ਸੁਣਿਆ ਕਿ ਤੁਸੀਂ ਤਾਂ ਗੱਲ ਪਹਿਲਾਂ ਘਸੁੰਨ ਪਹਿਲਾਂ ਮਾਰਦੇ ਸੀਗੇ ਜਦੋਂ, ਤੇ ਗੱਲ ਬਾਅਦ ਚੋਂ ਕਰਦੇ ਸੀ। ਤੁਹਾਡੇ ਲਈ ਇੱਕ ਮਸ਼ਹੂਰ ਸੀਗਾ ਕਿ ਤੁਹਾਡੇ ਤੋਂ ਉਹ ਬਰਦਾਸ਼ਤ ਨਹੀਂ ਹੁੰਦੀ ਸੀ ਕਿਤੇ ਵੀ। ਸੰਦੀਪ ਜੀ ਅਸੀਂ ਬਿਲਕੁਲ ਚੁੱਪ ਨਹੀਂ, ਤੁਸੀਂ ਮੇਰੇ ਕੋਲ ਅੱਜ ਆਏ ਹੋ, ਮੈਂ ਮੇਅਰ ਸਾਹਿਬ ਨਾਲ ਬਿਲਕੁਲ ਸੀਰੀਅਸ ਹੋ ਕੇ ਇਸ ਮਸਲੇ ਤੇ ਗੱਲ ਕਰਾਂਗਾ। ਉਹ ਮਹਾਰਾਜ ਸਾਹਿਬ ਤੱਕ ਵੀ ਜਾਊਂਗਾ ਕਿ ਮਹਾਰਾਜ ਸਾਹਿਬ ਅਸੀਂ ਇਹਨਾਂ ਨੂੰ ਜਵਾਬ ਦਈਏ। ਛੱਜ ਦਾ ਬੋਲੇ ਛਾਨੇ ਨਹੀਂ ਬੋਲੇ ਯਾਰ, 50% ਦਾ ਫਰਕ ਆ ਜਾਏਗਾ। ਤੁਹਾਡੇ ਹਿਸਾਬ ਨਾਲ ਇੰਡਸਟਰੀ ਐਵੇਂ ਸ਼ਗੂਫਾ ਛੱਡ ਰਹੀ ਹੈ? ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦਾ, ਉਹਨਾਂ ਦੀ ਬਾਬਾ ਜੀ ਦੀ ਆਪਣੀ ਸੋਚ ਹੋਣੀ, ਉਹਨਾਂ ਨੇ ਮੇਰਾ ਖਿਆਲ ਹੈ ਕੈਲਕੂਲੇਸ਼ਨ ਕੀਤੀ ਹੋਊਗੀ। ਤੁਹਾਡੇ ਕਹਿਣ ਦਾ ਮਤਲਬ ਅਸੀਂ ਮੀਡੀਆ ਜਾ ਕੇ ਉਛਾਲ ਕੇ ਗੱਲਾਂ ਇੱਕ ਦੂਸਰੇ ਤੱਕ ਪਹੁੰਚਾ ਕੇ ਅਸੀਂ ਰੁਕਵਾ ਰਹੇ ਹਾਂ। ਮੀਡੀਆ ਚੌਥਾ ਪਿਲਰ ਹੈ, ਮੀਡੀਆ ਕਦੇ ਵੀ ਨਹੀਂ ਚਾਹੇਗਾ ਵੀ ਮੇਰੇ ਸ਼ਹਿਰ ਦੀ ਡਿਵੈਲਪਮੈਂਟ ਨਾ ਹੋਵੇ। जनहितैषी देख रहे दर्शकों का स्वागत है जन जन की बात जनहितैषी के साथ। दोस्तों लुधियाने शहर च बैठे हैं। लुधियाने शहर का मुद्दा बहुत ही गरमाया हुआ है, वो है बुढ़े नाले का जोड़ा मामला है, मसला है। ट्रेड तो इंडस्ट्री तो बड़े सालों तो एलीगेशन लगते आ रहे थे कि वो सारा जोड़ा डाइंगा का पानी जोड़ा हौजरी इंडस्ट्री से खास कर ब्लेम लगती है कि डाइंगा का पानी जोड़ा उस च पा देंगे है तो बुढ़ा दरिए नूं इन्हां ने गंदा नाला बना दिता हैगा। तो असी खैर कैप्टन अमरिंदर सिंह ने इस चीज़ ਲਈ ਇੱਕ बड़ा ਵਧੀਆ ਉਪਰਾਲਾ ਕੀਤਾ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ 650 ਕਰੋੜ ਰੁਪਏ ਇਸ ਪ੍ਰੋਜੈਕਟ ਲਈ ਪਾਸ ਕਰਾਇਆ ਕਿ ਇਹਦੀ ਨੁਹਾਰ ਬਦਲ ਦਿੱਤੀ ਜਾਏਗੀ। ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅਸੀਂ ਦੇਖੀਏ ਕਿ ਜਿਹੜਾ ਬੁੱਢਾ ਨਾਲਾ ਅੱਜ ਸ਼ਹਿਰ ਲਈ ਕਲੰਕ ਬਣਿਆ ਹੋਇਆ ਹੈ, ਜੇ ਉਹ ਪ੍ਰੋਜੈਕਟ ਹੋ ਜਾਂਦਾ ਤੇ ਉੱਥੇ ਸਾਫ਼ ਪਾਣੀ ਵਹਿੰਦਾ ਹੋਵੇ ਤੇ ਜਿੱਦਾਂ ਕਿਹਾ ਜਾਂਦਾ ਹੈ ਕਿ 30 ਸਾਲ ਪਹਿਲਾਂ ਉੱਥੇ ਲੋਕੀ ਨਹਾਉਂਦੇ ਸੀ ਤੇ ਇੱਕ ਵਾਰੀ ਫਿਰ ਉੱਦਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਸਕਦਾ। ਜੇ ਇੱਦਾਂ ਹੋਇਆ ਤਾਂ ਲੁਧਿਆਣੇ ਸ਼ਹਿਰ ਦਾ बड़ा वड्डा विकास होएगा और लुधियाने शहर की रूपरेखा ही बदल जाएगी। पर इंडस्ट्री ते ट्रेड ने जिहड़ी कि टैक्स देंदी है, करोड़ों रुपया हर रोज़ टैक्स देंदी है, हर महीने टैक्स देंदी है, हर साल टैक्स देंदी है। उस इंडस्ट्री ते ट्रेड ने ये कुछ चीज़ां एलीगेशन लगाई हैं कि जिहड़ी भी जिहड़ा ये प्रोजैक्ट बहुत अच्छा है, ये होना चाहिए, पर जिहड़ा ये प्रोजैक्ट है एज इट इज़ यही प्रोजैक्ट जिहड़ा हैगा ये 350 करोड़ च हो सकता है, फिर ये 650 करोड़ क्यों लगाए जा रहे हैं? ये जी मौजूदा सरकार है या वो मंत्री है या MLA है, मैक्सिमम लोग चुप बैठे। हालांकि एक अद्धे MLA ने या मेयर ने कुछ ये सानू जवाब सवाल दिते, ये सवालों के जवाब दिते है, पर मैक्सिमम मंत्री क्योंकि कोविड च है तो बाकी जोड़े असी गल करिए MP तो लैके बाकी जोड़े MLA साहबान वो चुप बैठे, चुप्पी साधी है। तो ट्रेड तो इंडस्ट्री बार बार एलीगेशन लगा रही है कि सानू दसिया जाए कि ये प्रोजैक्ट किने बनाया, किहड़ी टीम ने बनाया, किहड़ी कंपनी ने बनाया, उसकी क्वालिफिकेशन की है तो उन्हें किद्दां बनाया, ताकि उन्हां दा एक सीधा सीधा ब्लेम हैगा कि जे ये उन्हां दी समझ के हिसाब नाल ट्रेड ते इंडस्ट्री नूं लैके उन्हां दी टैक्नीकलिटी के हिसाब नाल कीता जाए तो यही प्रोजैक्ट जिहड़ा हैगा एज इट इज़ जे प्रोजैक्ट करना तो 325 करोड़ च, जे उन्हां नूं नाल लैके कीता जाए तो हो सकदा होर भी पैसा पा सकदा है। क्योंकि कांग्रेस चुप बैठी है तो असीं अज पहुँचे हैं कांग्रेस के बड़े ही सीनियर जिहड़े एक नेता है, एक्स प्रेजिडेंट जिहड़े कांग्रेस जिला प्रधान रहे हैं जगमोहन शर्मा जी, जिहड़े कि व्यापारियों के भी नेता रहे और बहुत दलेरी लिए जाने जाते रहे हैं। इन्हां दे कई बारी इन्हां दे दलेरी करके या झगड़ालू सुभाव करके असी कह सकते हैं कि बर्दाश्त नहीं करते किसी चीज़ को, गुस्से करके इन्हां दे परचे भी होए हैं। तो
ਇਸ ਕਿਸੇ ਤੋਂ ਲੁਕਿਆ ਨਹੀਂ। ਤੇ ਆਓ ਗੱਲਬਾਤ ਕਰਦੇ ਹਾਂ ਕਿ ਅੱਜ ਇਹ ਚੁੱਪ ਕਿਉਂ ਹੈਗੇ ਹੈ, ਕਾਂਗਰਸ ਕਿਉਂ ਇਹ ਵੀ ਚੁੱਪ ਹੈ ਤੇ ਪੂਰੀ ਕਾਂਗਰਸ ਕਿਉਂ ਚੁੱਪ ਹੈ ਇਸ ਮਾਮਲੇ ਤੇ। ਨਮਸਕਾਰ ਜੀ। ਨਮਸਕਾਰ ਜੀ। ਸਰ ਇਹ ਦੱਸੋ, ਬੁੱਢੇ ਨਾਲੇ ਦਾ ਇੱਕ ਤੁਸੀਂ ਮਸਲਾ ਹੈ, ਤੁਹਾਡੀ ਸਰਕਾਰ ਹੈ ਮੌਜੂਦਾ, ਤੁਸੀਂ ਸਾਰੇ ਹੈਗੇ ਹੋ ਔਰ ਸਾਰੀ ਟੀਮ ਜਿਹੜੀ ਹੈਗੀ ਕਾਂਗਰਸ ਦੀ ਹੈ, ਕੋਈ ਇਹ ਨਹੀਂ ਕਿ ਐਂਟੀ ਹੈਗੇ ਹੈ। ਤੇ ਫਿਰ ਇਹ ਬੁੱਢੇ ਨਾਲੇ ਵਾਲੇ ਮਸਲੇ 'ਚ ਜਦੋਂ ਟ੍ਰੇਡ ਇੰਡਸਟਰੀ ਕਹਿ ਰਹੀ ਹੈ, ਬਾਰ-ਬਾਰ ਚੀਖ ਰਹੀ ਹੈ ਪਿਛਲੇ 10 ਦਿਨਾਂ ਤੋਂ, ਤੇ ਸਾਰੀ ਕਾਂਗਰਸ ਚੁੱਪ ਕਿਉਂ ਹੈ? ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਬੁੱਢਾ ਨਾਲਾ ਨਹੀਂ ਸੀ, ਇਹ ਬੁੱਢਾ ਦਰਿਆ ਸੀ। ਅਸੀਂ ਲੋਕ ਵੀ ਨਹਾਉਂਦੇ ਰਹੇ ਆ ਇਹਦੇ 'ਚ। ਇਹ ਜਿਹੜੀ ਗੱਲ ਹੈ 650 ਕਰੋੜ ਰੁਪਏ ਦੀ, ਸਭ ਤੋਂ ਪਹਿਲਾਂ ਤਾਂ ਮਹਾਰਾਜ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ 650 ਕਰੋੜ ਰੁਪਈਆ ਇਸ ਨਾਲੇ ਦੇ ਪ੍ਰੋਜੈਕਟ ਲਈ ਮਨਜ਼ੂਰ ਕਰਾਇਆ। ਔਰ ਅਗਰ ਮਹਾਰਾਜ ਸਾਹਿਬ ਦਾ ਇਹ 650 ਕਰੋੜ ਰੁਪਈਆ ਸਹੀ ਤਰੀਕੇ ਨਾਲ ਲਗਾਇਆ ਜਾਏ, ਇਹ ਸ਼ਹਿਰ ਦੀ ਇੱਕ ਤਾਂ ਨੁਹਾਰ ਬਦਲੀ ਜਾਏਗੀ। ਦੂਜਾ, ਸ਼ਹਿਰ ਦਾ ਜਿਹੜਾ ਨਰਕ ਹੈ ਲੋਕਾਂ ਨੂੰ ਉਹ ਤੋਂ ਮੁਕਤੀ ਮਿਲ ਜਾਏਗੀ। ਤੀਜਾ ਇਹ ਹੈ ਵੀ ਅਗਰ ਮਹਾਰਾਜ ਸਾਹਿਬ ਦੀ ਸਰਕਾਰ 'ਚ ਹੋ ਗਿਆ, ਮੈਨੂੰ ਲੱਗਦਾ ਵੀ ਆਉਣ ਵਾਲੀ ਕੋਈ ਵੀ ਸਰਕਾਰ ਐਡਾ ਬੜਾ ਪ੍ਰੋਜੈਕਟ ਚੱਕ ਕੇ ਇਹ ਲੋਕਾਂ ਨੂੰ ਰਾਹਤ ਨਹੀਂ ਦੇ ਸਕਦਾ ਜੋ ਅੱਜ ਮਹਾਰਾਜ ਸਾਹਿਬ ਦੇ ਰਹੇ ਹੈ। 650 ਕਰੋੜ ਰੁਪਏ ਥੋੜਾ ਨਹੀਂ ਹੁੰਦਾ, ਬਹੁਤ ਹੈ। ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੰਡਸਟਰੀ ਟ੍ਰੇਡ ਵਾਲੇ ਰੌਲਾ ਪਾ ਰਹੇ ਆ ਜੀ, ਇਹ 650 ਕਰੋੜ ਰੁਪਏ ਦਾ ਮੈਂ 350 ਕਰੋੜ 'ਚ ਕਰਾ ਸਕਦਾ, ਮੈਂ 250 ਕਰੋੜ 'ਚ ਕਰਾ ਸਕਦਾ। ਇਹ ਆਪਣਾ ਲਿਖਤੀ ਪਲਾਨ ਬਣਾ ਕੇ ਦੇਣ ਮੇਅਰ ਸਾਹਿਬ ਨੂੰ, ਭੇਜਣ ਸਰਕਾਰ ਤੱਕ ਵੀ ਜੀ ਇੱਥੋਂ ਅਸੀਂ ਪੈਸੇ ਬਚਾ ਸਕਦੇ ਆ। ਜੇ ਸਰਕਾਰ ਦੇ ਪੈਸੇ ਬਚਦੇ ਆ ਕੋਈ ਮਾੜੀ ਗੱਲ ਨਹੀਂ ਹੈ, ਕਿਤੇ ਹੋਰ ਪਾਸੇ ਲੱਗ ਸਕਦੇ ਆ। ਜੇ ਪੈਸੇ ਬਚ ਕੇ 650 ਕਰੋੜ ਵਾਲਾ ਪ੍ਰੋਜੈਕਟ 300 ਕਰੋੜ 'ਚ ਹੋ ਜਾਏ, 350 ਕਰੋੜ ਰੁਪਇਆ ਮਾਰਾ ਸਾਹਿਬ ਕਿਤੇ ਹੋਰ ਲਗਾਉਣਗੇ ਡਿਵੈਲਪਮੈਂਟ ਲਈ। ਸਰ ਮੈਂ ਇਹਦੇ ਵਿੱਚ ਤੁਹਾਡੀ ਗੱਲ ਟੋਕਣਾ ਚਾਹਾਂਗਾ, ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਬਣਾ ਕੇ ਦੇਣ। ਅਸੀਂ ਟ੍ਰੇਡ ਇੰਡਸਟਰੀ ਦੇ ਕੱਲ ਮੀਟਿੰਗ ਹੋਈ, ਉਹਦੇ ਵਿੱਚ ਜਿੰਨੇ ਵੀ ਟ੍ਰੇਡ ਇੰਡਸਟਰੀਲਿਸਟ ਦੇ ਘੱਟੋ ਘੱਟ 20 ਨੁਮਾਇੰਦੇ ਸੀਗੇ, ਉਹਨਾਂ ਨੇ ਬੜਾ ਖੁੱਲ੍ਹ ਕੇ ਕਿਹਾ ਕਿ ਉਹ ਬਾਰ-ਬਾਰ ਉਹਨਾਂ ਨੇ ਮੇਅਰ ਸਾਹਿਬ ਨੂੰ ਜਾਂ ਹੋਰ ਨੁਮਾਇੰਦਿਆਂ ਨੂੰ ਇਸ ਬਾਰੇ ਚਿਤਾਇਆ, ਉਹਨਾਂ ਨੂੰ ਬਾਰ-ਬਾਰ ਕਿਹਾ, ਪਰ ਸਡਨਲੀ ਇੱਕ ਹਫ਼ਤੇ ਪਹਿਲਾਂ ਵਰਕ ਆਰਡਰ ਜਾਰੀ ਹੋ ਗਿਆ। ਤੁਸੀਂ ਵੀ ਕਾਂਗਰਸ ਦੇ ਸੀਨੀਅਰ ਰਹੇ ਹੋ ਔਰ ਬੇਬਾਕੀ ਨਾਲ ਤੁਸੀਂ ਇੱਕ ਪ੍ਰਧਾਨਗੀ ਨਿਭਾਈ ਹੈ। ਹੋ ਸਕਦਾ ਅੱਜ ਦੇ ਜਿਹੜੇ ਕਈ ਸਾਰੇ MLA ਉਹਨਾਂ ਨੂੰ ਟਿਕਟਾਂ ਵੀ ਤੁਸੀਂ ਵੰਡੀਆਂ ਹੋਣੀਆਂ, ਤੁਸੀਂ ਦਵਾਈਆਂ ਹੋਣ, ਤੁਹਾਡਾ ਬੜਾ ਵੱਡਾ ਰੋਲ ਰਿਹਾ। ਤੁਹਾਡੇ ਅੰਡਰ ਵੀ ਕਈਆਂ ਨੇ ਕੰਮ ਕੀਤਾ ਹੋਣਾ ਐਜ਼ ਏ ਜ਼ਿਲ੍ਹਾ ਪ੍ਰਧਾਨ ਜਦੋਂ ਤੁਸੀਂ ਰਹੇ ਹੋ। ਤੇ ਅਸੀਂ ਇਹ ਪੁੱਛਣਾ ਚਾਹਾਂਗੇ ਫਿਰ ਤੁਸੀਂ ਕਾਂਗਰਸ ਵਾਲੇ ਚੁੱਪ ਕਿਉਂ ਹੋ ਸਡਨਲੀ? ਕੀ ਮੈਂ ਤੁਹਾਨੂੰ ਹੀ ਪੁੱਛਦਾ, ਤੁਸੀਂ ਕਾਂਗਰਸ ਦੇ ਇੰਨੇ ਸੀਨੀਅਰ ਲੀਡਰ ਹੋ ਕਿ ਤੁਹਾਨੂੰ ਪਤਾ ਇਹ ਟੈਂਡਰ ਕਿਹਨੂੰ ਮਿਲਿਆ? ਦੇਖੋ, ਮੈਨੂੰ ਨਹੀਂ ਪਤਾ ਇਸ ਬਾਰੇ ਟੈਂਡਰ ਕਿਸ ਨੂੰ ਮਿਲਿਆ, ਉਹ ਮੈਂ ਮੇਅਰ ਸਾਹਿਬ ਨਾਲ ਗੱਲ ਕਰਾਂਗਾ। ਸਰ ਮੈਂ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਦਾ, ਇਹ ਤੁਹਾਨੂੰ ਦੀ ਗੱਲ ਨਹੀਂ, ਇਹ ਹੋ ਸਕਦਾ ਹੈ ਮੈਕਸਿਮਮ MLAs ਨੂੰ ਵੀ ਨਹੀਂ, ਜੋ ਟ੍ਰੇਡ ਇੰਡਸਟਰੀ ਕਹਿ ਰਹੀ ਹੈ ਕਿ MLAs ਨੂੰ ਵੀ ਨਹੀਂ ਪਤਾ ਤੇ ਮੰਤਰੀ ਨੂੰ ਵੀ ਨਹੀਂ ਪਤਾ ਤੇ ਮੇਅਰ ਨੂੰ ਵੀ ਨਹੀਂ ਪਤਾ। ਦੇਖੋ ਇਹਦੇ ਬਾਰੇ ਤਾਂ ਜੇ ਮੇਅਰ ਸਾਹਿਬ ਨੂੰ ਨਹੀਂ ਪਤਾ ਤਾਂ ਮਾੜੀ ਗੱਲ ਹੈ, ਮੇਅਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜਿਹੜੀ ਲੁਧਿਆਣੇ ਦੀ ਕੋਈ ਵੀ ਡਿਵੈਲਪਮੈਂਟ ਹੈ, ਕੋਈ ਵੀ ਲੁਧਿਆਣਾ ਦਾ ਡਿਵੈਲਪਮੈਂਟ ਪ੍ਰੋਜੈਕਟ ਹੈ, ਮੇਅਰ ਸਾਹਿਬ ਦੇ ਬਗੈਰ ਕਿੱਦਾਂ ਹੋ ਸਕਦਾ ਬਾਈਪਾਸ ਕਰਕੇ ਉਹਨਾਂ ਨੂੰ? ਇਹ ਤਾਂ ਇੱਕ ਕੁਐਸਚਨ ਹੋ ਗਿਆ। ਮੈਂ ਤੁਹਾਨੂੰ ਦੂਸਰਾ ਕੁਐਸਚਨ ਪੁੱਛਦਾ ਕਿ ਤੁਹਾਨੂੰ ਇਹ ਪਤਾ ਇਹ ਟੋਟਲ ਜਿਹੜਾ ਪ੍ਰੋਜੈਕਟ ਹੈ ਇਹ ਕਿੰਨੇ ਕਿਲੋਮੀਟਰ ਦਾ ਹੈਗਾ, ਜਾਂ ਇਹ ਕਿਹੜੇ ਕਦੋਂ ਅਲਾਟ ਹੋਇਆ? ਇਹਦੇ ਬਾਰੇ ਨਹੀਂ ਪਤਾ ਕਦ ਅਲਾਟ ਹੋਇਆ। ਮੈਨੂੰ ਤਾਂ ਇਹ ਪਤਾ ਕੱਲ ਦੀ ਜਿਹੜੀ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਹੈ ਵਪਾਰੀਆਂ ਦੀ, ਇੰਡਸਟਰੀ ਟ੍ਰੇਡ ਵਾਲਿਆਂ ਦੀ, ਵੀ ਜੀ 650 ਕਰੋੜ ਦਾ ਪ੍ਰੋਜੈਕਟ ਅਸੀਂ 300 ਕਰੋੜ 'ਚ ਕਰਾ ਕੇ ਦੇ ਸਕਦੇ ਹਾਂ, ਇਹਦੇ 'ਚ ਘਪਲਾ ਹੈ, ਇਹਦੇ 'ਚ ਕੁਝ ਵੀ ਹੈ। ਜੋ ਵੀ ਹੈ ਮੈਂ ਤਾਂ ਕਹਾਂਗਾ ਤੁਸੀਂ ਆਪਣੀ ਇੱਕ ਰਿਪੋਰਟ ਬਣਾਓ, ਰਿਪੋਰਟ ਬਣਾ ਕੇ ਮੇਅਰ ਸਾਹਿਬ ਨਾਲ ਬੈਠੋ, ਸਾਰੇ ਅਸੀਂ ਲੋਕ ਬੈਠਦੇ ਆ, ਸਾਰੇ ਲੋਕਲ MLA ਬੈਠਣ, ਮੰਤਰੀ ਬੈਠਣ, ਦੱਸੋ ਕਿੱਥੇ ਪੈਸੇ ਬਚਦੇ ਆ, ਉਹ ਪੈਸੇ ਬਚਾਉਣ। ਇਹੀ ਤਾਂ ਦਿੱਕਤ ਹੈ, ਉਹ ਸਾਰੇ ਕਹੀ ਜਾਂਦੇ ਆ ਕਿ ਬੈਠਦੇ ਆ। ਮੇਅਰ ਸਾਹਿਬ ਨਾਲ ਅਸੀਂ ਪੁੱਛਿਆ, ਮੇਅਰ ਸਾਹਿਬ ਕਹਿੰਦੇ ਮੈਂ ਟਾਈਮ ਲੈ ਕੇ ਦੇਣਾ, ਦੀਵਾਲੀ ਤੋਂ ਬਾਅਦ ਸੋਮ ਮੰਗਲ ਬੁੱਧਵਾਰ। ਅਸੀਂ ਸੰਜੇ ਤਲਵਾਰ ਵਿਧਾਇਕ ਜੀ ਨਾਲ ਕਿਹਾ, ਉਹਨਾਂ ਨੇ ਕਿਹਾ ਮੈਂ ਟਾਈਮ ਲੈ ਕੇ ਦੇਣਾ। ਤੇ ਬਾਕੀ ਜਿਹੜੇ ਅਸੀਂ ਗੱਲ ਕਰੀਏ ਸੁਰਿੰਦਰ ਡਾਬਰ ਜੀ ਜਾਂ ਸਾਡੇ ਪਾਂਡੇ ਸਾਹਿਬ ਹੈਗੇ ਵਿਧਾਇਕ, ਉਹ ਕਹਿੰਦੇ ਜੀ ਅਸੀਂ ਇਸ ਟੌਪਿਕ ਤੇ ਬੋਲਣਾ ਹੀ ਨਹੀਂ ਕਿਉਂਕਿ ਇੰਡਸਟਰੀ ਸਾਡੇ ਕੋਲ ਆਈ ਨਹੀਂ। ਸਰ ਅਸੀਂ ਵੇਟ ਕਰ ਰਹੇ ਹਾਂ, ਅਸੀਂ ਇੰਡਸਟਰੀ ਦੇ ਨੁਮਾਇੰਦੇ ਹਾਂ, ਸਾਨੂੰ ਅਸੀਂ ਜੇ ਉਹ ਨਹੀਂ ਆਏ ਤੇ ਅਸੀਂ ਨਹੀਂ ਜਾ ਸਕਦੇ, ਅਸੀਂ ਨਹੀਂ ਉਹਨਾਂ ਨੂੰ ਕਹਿ ਸਕਦੇ। ਬਲੇਮ ਕਿਹਦੇ ਤੇ ਲੱਗ ਰਿਹਾ? ਸਰਕਾਰ ਤੇ ਹੀ ਲੱਗ ਰਿਹਾ ਨਾ ਜੀ। ਦੇਖੋ ਅਸੀਂ ਲੋਕਾਂ ਨੇ ਵੋਟਾਂ ਲਈਆਂ ਲੋਕਾਂ ਤੋਂ, ਇਹ ਜ਼ਰੂਰੀ ਨਹੀਂ ਲੋਕ ਸਾਡੇ ਕੋਲ ਚੱਲ ਕੇ ਆਉਣ। ਜਦ ਅਸੀਂ ਇਲੈਕਸ਼ਨ 'ਚ ਲੋਕਾਂ ਕੋਲ ਚੱਲ ਕੇ ਜਾਂਦੇ ਆ ਤੇ ਅੱਜ ਲੋਕਾਂ ਜਾਣ 'ਚ ਸਾਨੂੰ ਕੀ ਪ੍ਰੋਬਲਮ ਹੈ? ਸਾਨੂੰ ਜਾਣਾ ਚਾਹੀਦਾ ਪਬਲਿਕ 'ਚ। ਅੱਜ ਨਹੀਂ ਜਾਵਾਂਗੇ ਕੱਲ ਜਾਵਾਂਗੇ, ਇੱਕ ਸਾਲ ਇਲੈਕਸ਼ਨ 'ਚ ਰਹਿ ਗਿਆ। ਅਗਰ ਅੱਜ ਵੀ ਅਸੀਂ ਸੋਚਾਂਗੇ ਮੇਰੇ ਕੋਲ ਕੋਈ ਚੱਲ ਕੇ ਆਵੇ, ਦੈਟ ਇਜ਼ ਰੋਂਗ, ਮਾੜੀ ਗੱਲ ਹੈ। ਜਦ ਮੈਂ ਪ੍ਰਧਾਨ ਸੀ ਸੰਦੀਪ ਜੀ, ਮੈਂ ਤਾਂ ਅਗਰ ਕੋਈ ਰਾਤ ਨੂੰ 1 ਵਜੇ ਵੀ ਬੁਲਾਉਂਦਾ ਸੀ, ਸ਼ਹਿਰ ਗਵਾਹ ਹੈ, ਬੱਚਾ ਗਵਾਹ ਇਸ ਗੱਲ ਦੀ ਕੋਈ ਦੇਗਾ, ਮੈਂ ਰਾਤ ਨੂੰ 1 ਵਜੇ ਵੀ ਉੱਠ ਕੇ ਭੱਜਿਆ ਜਾਂਦਾ ਸੀ ਵੀ ਉੱਤੇ ਮੁਸ਼ਕਲ ਹੈ। ਅਗਰ ਮੈਂ ਅੱਜ ਵੀ ਉਹਦੀ ਮੁਸ਼ਕਲ ਦੇ ਟਾਈਮ ਤੇ ਨਾ ਖੜਿਆ, ਉਹਦਾ ਜੋ ਹੋਣਾ ਉਹ ਤਾਂ ਹੋਣਾ ਹੀ ਹੋਣਾ। ਅਗਰ ਮੈਂ ਜਾ ਕੇ ਖੜਦਾ ਉਹਦਾ ਮਸਲਾ ਹੱਲ ਹੁੰਦਾ ਤਾਂ ਜ਼ਿੰਦਗੀ ਯਾਦ ਕਰੇਗਾ। ਕੰਮ ਹੋਣਾ ਜਾਂ ਨਾ ਹੋਣਾ ਉਹਦੇ ਕਰਮ ਹੈ। ਤੁਸੀਂ ਹੁਣੇ ਇੱਕ ਆਪਣੇ ਅਲਫਾਜ਼ ਯੂਜ਼ ਕੀਤੇ ਕਿ ਤੁਸੀਂ ਇੰਡਸਟਰੀ ਦੀ ਕੱਲ ਇੰਟਰਵਿਊ ਸੁਣੀ ਹੈ ਜਾਂ ਅੱਜ ਅਖਬਾਰਾਂ 'ਚ ਵੀ ਪੜ੍ਹਿਆ ਤੁਸੀਂ,
ਉਹਨਾਂ ਨੇ ਕੀ ਮੰਗ ਕੀਤੀ? ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਕੋਪਲਾ, ਉਹਨਾਂ ਨੇ ਤਾਂ ਇਹੀ ਕਿਹਾ ਕਿ ਭਾਈ ਇਹ 650 ਵਾਲਾ ਕਰੋੜ ਵਾਲਾ ਕੰਮ ਜਿਹੜਾ 325 ਕਰੋੜ 'ਚ ਹੋ ਸਕਦਾ ਹੈ, ਜਾਂ ਸਾਨੂੰ ਉਸ ਕੰਪਨੀ ਨਾਲ ਮਿਲਾਇਆ ਜਾਏ ਜਿਹਨੇ ਪ੍ਰੋਜੈਕਟ ਬਣਾਇਆ, ਸਾਡੀ ਮੀਟਿੰਗ ਕਰਾਈ ਜਾਏ, ਅਸੀਂ ਸਮਝਣਾ ਚਾਹੁੰਦੇ ਹਾਂ ਕਿ ਕਿੱਦਾਂ ਪ੍ਰੈਕਟੀਕਲ ਹੈਗਾ। ਇਹ 'ਚ ਕੋਈ ਹਰਜ ਨਹੀਂ ਹੈ। ਤੇ ਜੇ ਕੰਪਨੀ ਨੂੰ ਬੁਲਾਇਆ ਜਾਏ, ਉਹਨਾਂ ਨਾਲ ਬਿਠਾ ਕੇ ਉਹਨਾਂ ਨਾਲ ਟੇਬਲ ਟਾਕ ਕਰਾਈ ਜਾਏ ਵੀ ਕਿੱਥੇ ਫਰਕ ਹੈ, ਫਰਕ ਨਿਕਲਦਾ ਅੱਛੀ ਗੱਲ ਹੈ। ਅਗਰ ਪੈਸਾ ਬਚਦਾ, ਪਬਲਿਕ ਦਾ ਪੈਸਾ ਹੈ, 650 ਕਰੋੜ ਦਾ ਕੰਮ ਜੇ 300 ਕਰੋੜ 'ਚ ਹੁੰਦਾ ਹੈ, ਉਹ ਪਬਲਿਕ ਦਾ ਹੀ ਪੈਸਾ ਬਚੇਗਾ, ਸਰਕਾਰ ਦਾ ਹੀ ਪੈਸਾ ਬਚੇਗਾ, ਹੋਰ ਵੀ ਥਾਂ ਪੈਸਾ ਲੱਗ ਸਕੇਗਾ। ਮੈਂ ਤਾਂ ਇੱਕ ਗੱਲ ਫਿਰ ਰਿਪੀਟ ਕਰਾਂਗਾ, ਮੈਨੂੰ ਨਹੀਂ ਕਰਨੀ ਚਾਹੀਦੀ ਵੀ ਅਗਰ ਅੱਜ ਦੀ ਡੇਟ 'ਚ ਮਹਾਰਾਜ ਸਾਹਿਬ ਦੇ ਭੇਜੇ ਪੈਸੇ ਨਾਲ ਇਹ ਨਰਕ ਤੋਂ ਨਾ ਲੋਕਾਂ ਨੂੰ ਛੁਟਕਾਰਾ ਮਿਲਿਆ, ਮੈਨੂੰ ਲੱਗਦਾ ਆਉਣ ਵਾਲੀ ਕੋਈ ਵੀ ਸਰਕਾਰ ਦੇ ਤੋਂ ਛੁਟਕਾਰਾ ਨਹੀਂ ਦਿਵਾ ਸਕਦੀ। ਇਹ ਛੁਟਕਾਰਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ ਨਾਲ ਲੱਗਦੇ ਸਲੇ ਮੇਰੀਏ ਜਿੰਨੇ ਵੀ ਇਹਦੇ ਨਾਲ ਸਾਰੇ 'ਚ ਬਿਮਾਰੀ ਫੈਲਦੀ ਜਾ ਰਹੀ ਹੈ, ਕੈਂਸਰ ਦੀ ਬਿਮਾਰੀ ਵਧੀ ਜਾ ਰਹੀ ਹੈ ਲੋਕਾਂ ਦੇ। ਤੁਸੀਂ TDS ਦੇਖੋ, 650 TDS ਹੈ ਜਿਹਨੇ ਨਾਲੇ ਦੇ ਆਲੇ ਦੁਆਲੇ ਬੈਠੇ ਆ। ਇਹ ਮੇਰਾ ਆਫਿਸ ਨਾਲੇ ਦੇ ਬਿਲਕੁਲ ਕੰਢੇ ਦੇ ਉੱਤੇ ਹੈ, ਚੈੱਕ ਕਰੋ 650 TDS ਹੈ। ਅਗਰ ਇਹਦਾ ਮਸਲਾ ਹੱਲ ਨਹੀਂ ਕਰਾਂਗੇ, ਇਹ ਤਾਂ ਲੋਕਾਂ ਨੂੰ ਅਸੀਂ ਜ਼ਹਿਰ ਦੇ ਰਹੇ ਹਾਂ। ਅੱਜ ਅਗਰ ਸਰਕਾਰ ਉਦਮ ਕਰ ਰਹੀ ਹੈ, ਸਰਕਾਰ ਦੀ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਹੈ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਜਿੱਥੇ ਕੋਈ ਕਮੀ ਪੇਸ਼ੀ ਹੈਗੀ ਹੈ, ਜਿੱਥੇ ਕੋਈ ਫਰਕ ਹੈਗਾ, ਮੇਅਰ ਸਾਹਿਬ ਨਾਲ ਬੈਠ ਕੇ ਸਾਰੇ ਸੀਨੀਅਰ ਬੰਦੇ ਬੈਠਣ, ਟੇਬਲ ਟਾਕ ਕਰਨ, ਜਿੱਥੇ ਕੋਈ ਕਮੀ ਉਹਨੂੰ ਦੂਰ ਕਰਨ, ਉਹਦਾ ਹੱਲ ਕਰਨ। ਤੇ ਇੱਥੇ ਤੱਕ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮੇਅਰ ਦੀ ਤੁਸੀਂ ਗੱਲ ਕੀਤੀ, ਮੇਅਰ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਜਿਹੜਾ ਇਹ ਇੰਡਸਟਰੀ ਤੇ ਟ੍ਰੇਡ ਦਾ ਜਿਹੜਾ ਨੁਮਾਇੰਦਾ ਹੈ, ਜਿਵੇਂ ਤਰੁਣਜਨ ਬਾਵਾ ਹੈ, ਉਹ ਵੀ ਸ਼ਾਇਦ ਕਿਸੇ ਵੇਲੇ BJP ਤੋਂ ਕਾਉਂਸਲਰ ਰਹੇ ਹੈ, ਕਿ ਉਹਨਾਂ ਦਾ ਬਲੇਮ ਇਹ ਹੈ ਕਿ ਇਹ ਸ਼ਾਇਦ ਜਿਹੜਾ ਕੰਮ ਨੂੰ ਰੋਕਣ ਲਈ ਇੱਕ BJP ਦੀ ਚਾਲ ਹੈਗੀ ਹੈ। ਤੇ ਜਦ ਕਿ ਤਰੁਣਜਨ ਬਾਵਾ ਨਾਲ ਵੀ ਅਸੀਂ ਇੱਕ ਕ੍ਰਾਸ ਕੁਐਸਚਨ ਕੀਤਾ ਕਿ ਤੁਹਾਡੀ ਕੋਈ ਸਾਜ਼ਿਸ਼ ਹੈ ਜੀ, ਤੁਸੀਂ ਇੱਦਾਂ ਦਾ ਕਰ ਰਹੇ ਹੋ, ਤੇ ਉਹ ਕਹਿੰਦੇ ਕਿ ਮੈਂ ਤਾਂ ਅੱਜ ਦੇ ਟਾਈਮ 'ਚ ਮੈਂਬਰ ਵੀ ਹੈ ਨਹੀਂ, ਤੇ ਪਰ ਉਹਨਾਂ ਦੇ ਨਾਲ ਹੋਰ ਵੀ ਇੰਡਸਟਰੀ ਬਹੁਤ ਖੜੀ ਹੈ। ਤੁਸੀਂ ਇਹ ਕੁੱਲ ਮਿਲਾ ਕੇ ਦੱਸੋ ਕਿ ਕੀ ਜੇ ਟ੍ਰੇਡ ਐਂਡ ਇੰਡਸਟਰੀ ਜਿਹੜੀ ਤੁਹਾਨੂੰ ਲੋਕਾਂ ਨੂੰ ਇੰਨਾ ਸਰਕਾਰ ਚਲਾਉਣ ਲਈ ਟੈਕਸ ਦਿੰਦੀ ਹੈ, ਜੇ ਉਹ ਆਪਣਾ ਅੱਜ ਕਿਸੇ ਪ੍ਰੋਜੈਕਟ ਦਾ ਹਿਸਾਬ ਮੰਗ ਲੇ, ਕਿ ਉਹ ਗਲਤ ਹੈ? ਦੇਖੋ ਗੱਲ ਇਹ ਹੈ, ਹਿਸਾਬ ਮੰਗ ਲਿਆ ਅੱਛੀ ਗੱਲ ਹੈ। ਜਿਹੜੀ ਦੀ ਗੱਲ ਇਹ ਵੀ ਉਹ BJP ਦਾ, ਉਹ ਕਾਂਗਰਸ ਦਾ ਹੈ, ਇਹ ਜਿਹੜੀ ਨਾਲੇ ਦੀ ਡਿਵੈਲਪਮੈਂਟ ਹੋਣੀ ਹੈ, ਇੱਥੇ ਲਿਖਿਆ ਨਹੀਂ ਜਾਣਾ ਵੀ ਇਹ ਕਾਂਗਰਸ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ, ਜਾਂ ਇੱਥੇ BJP ਵਾਲਿਆਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ, ਜਾਂ ਕਾਂਗਰਸਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ, ਜਾਂ ਅਕਾਲੀ ਦਲ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ। ਪਬਲਿਕ ਦਾ ਕਾਜ਼ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀ ਹੈ। ਸਰਕਾਰ ਨੂੰ ਲੋਕ ਪਿੱਟ ਰਹੇ ਸੀ, ਇੰਨੀ ਦੇਰ ਰੌਲਾ ਪਾ ਰਹੇ ਸੀ ਕਿ ਇਹਦਾ ਮਸਲਾ ਹੱਲ ਕਰੋ, ਮਸਲਾ ਹੱਲ ਕਰੋ। ਜਿਆਦਾ ਜੇ ਮਸਲਾ ਹੱਲ ਹੋਣ ਵਾਲਾ ਆ ਗਿਆ ਤੇ ਆਪਾਂ ਉਹਨੂੰ ਪੋਲੀਟੀਕਲ ਉਹਨੂੰ ਰੰਗਤ ਦੇ ਰਹੇ ਹਾਂ। ਆਪਾਂ BJP ਦੀ ਗੱਲ ਕਰ ਰਹੇ ਹਾਂ, ਆਪਾਂ ਇਹਨੂੰ ਪੋਲੀਟੀਕਲ ਰੰਗਤ ਦੇ ਰਹੇ ਹਾਂ। ਇਹਨੂੰ ਕਿਰਪਾ ਕਰਕੇ ਇਸ ਮਸਲੇ ਨੂੰ ਪੋਲੀਟੀਕਲ ਨਾ ਬਣਾਇਆ ਜਾਏ, ਕਿਉਂਕਿ ਜਨਹਿਤ ਨਾਲ ਜੁੜਿਆ ਹੋਇਆ। ਤੁਸੀਂ ਤਾਂ ਵੈਸੇ ਹੀ ਜਨਹਿਤੈਸ਼ੀ ਹੋ, ਤੁਹਾਡਾ ਤਾਂ ਚੈਨਲ ਜਨਹਿਤੈਸ਼ੀ ਹੈ, ਇਹ ਵੀ ਜਨਹਿਤੈਸ਼ੀ ਦਾ ਹੀ ਕੰਮ ਹੈ। ਜਿਹੜਾ ਗੰਦੇ ਨਾਲੇ ਦਾ ਸੁਧਾਰ ਹੋਣਾ ਹੈ, ਗੰਦੇ ਨਾਲੇ ਤੋਂ ਮੁਕਤੀ ਮਿਲਣੀ ਹੈ, ਇਹ ਵੀ ਜਨ ਨੂੰ ਇਹਦਾ ਫਾਇਦਾ ਹੋਣਾ ਹੈ, ਆਉਣ ਵਾਲੀ ਜਨਰੇਸ਼ਨ ਦਾ ਬਚਾਅ ਹੋ ਜਾਣਾ ਹੈ। ਸਰ ਮੈਂ ਇਹ ਕਹਿਣਾ ਚਾਹੁੰਦਾ, ਇਹੀ ਤਾਂ ਮੈਂ ਕਹਿਣਾ ਚਾਹੁੰਦਾ, ਅੱਜ ਸ਼ਹਿਰ ਦੇ ਵਿੱਚ ਜਿੱਥੇ ਤੱਕ ਮੇਰੀ ਨੌਲੇਜ ਹੈ ਸ਼ਾਇਦ 90 ਕੁ ਕਾਉਂਸਲਰ ਹੈਗੇ ਹੈ। ਕਾਉਂਸਲਰ ਸਾਰੇ ਚੁੱਪ, MLA ਸਾਰੇ ਚੁੱਪ, ਸਾਡਾ MP ਚੁੱਪ, ਸਾਡਾ ਮੰਤਰੀ ਚਲੋ ਉਹਨੂੰ ਬਾਈ ਡਿਫਾਲਟ ਕੋਵਿਡ ਹੈ, ਉਹ ਨਹੀਂ ਬੋਲ ਸਕਦਾ ਹਜੇ, ਉਹ ਬਿਮਾਰ ਹੈ। ਪਰ ਤੁਸੀਂ ਐਜ਼ ਏ ਜਿਹੜੇ ਇੱਕ ਪ੍ਰੈਜ਼ੀਡੈਂਟ ਸੀ, ਅਸੀਂ ਇਹ ਤੁਹਾਡੇ ਦੌਰ 'ਚ ਇਹ ਵੀ ਸੁਣਿਆ ਕਿ ਤੁਸੀਂ ਤਾਂ ਗੱਲ ਪਹਿਲਾਂ ਘਸੁੰਨ ਪਹਿਲਾਂ ਮਾਰਦੇ ਸੀਗੇ ਜਦੋਂ, ਤੇ ਗੱਲ ਬਾਅਦ 'ਚੋਂ ਕਰਦੇ ਸੀ। ਤੁਹਾਡੇ ਲਈ ਇੱਕ ਮਸ਼ਹੂਰ ਸੀਗਾ ਕਿ ਤੁਹਾਡੇ ਤੋਂ ਉਹ ਬਰਦਾਸ਼ਤ ਨਹੀਂ ਹੁੰਦੀ ਸੀ ਕਿਤੇ ਵੀ। ਸੰਦੀਪ ਜੀ ਅਸੀਂ ਬਿਲਕੁਲ ਚੁੱਪ ਨਹੀਂ, ਤੁਸੀਂ ਮੇਰੇ ਕੋਲ ਅੱਜ ਆਏ ਹੋ, ਮੈਂ ਮੇਅਰ ਸਾਹਿਬ ਨਾਲ ਬਿਲਕੁਲ ਸੀਰੀਅਸ ਹੋ ਕੇ ਇਸ ਮਸਲੇ ਤੇ ਗੱਲ ਕਰਾਂਗਾ, ਔਰ ਟੇਬਲ ਟਾਕ ਕਰਕੇ ਉਹਨਾਂ ਨੂੰ ਕਹਾਂਗਾ ਬੁਲਾਓ ਇਹਨਾਂ ਲੋਕਾਂ ਨੂੰ, ਇਹਨਾਂ ਨਾਲ ਮੀਟਿੰਗ ਕਰੀਏ। ਅਸੀਂ ਕਿਉਂ ਚੁੱਪ ਹੋਣਾ? ਸਰ ਸਿਰਫ ਮੇਅਰ ਸਾਹਿਬ ਨਾਲ ਹੀ ਕਿਉਂ, MP ਨਾਲ ਕਿਉਂ, MLA ਅਸੀਂ ਟੋਟਲ ਆਪਣੇ ਜਿੰਨੇ ਕਾਉਂਸਲ ਸੀਨੀਅਰ ਲੀਡਰ ਆ ਬੁਲਾਵਾਂਗੇ। ਅਸੀਂ ਕੋਈ ਕਾਲੇ ਥੋੜਾ, ਸਾਨੂੰ ਕੋਈ ਡਰ ਥੋੜਾ ਕੋਈ। ਜਿੱਥੇ ਤੱਕ ਮੈਨੂੰ ਯਾਦ ਹੈ ਇਹ ਅੱਜ ਦੇ ਜਿਹੜੇ ਆਪਾਂ MLA ਦੀ ਗੱਲ ਕਰੀਏ, ਇੱਕਾ ਦੁੱਕਾ ਨੂੰ ਛੱਡ ਦਈਏ, ਤਾਂ ਮੈਕਸਿਮਮ ਸ਼ਾਇਦ ਤੁਹਾਡੇ ਨਾਲ ਆਪਣੇ ਜ਼ਿਲ੍ਹਾ ਕਾਂਗਰਸ ਦੇ ਵਿੱਚ ਮੈਂਬਰ ਵੀ ਰਹੇ ਹੋਣੇ, ਔਰ ਕਈਆਂ ਨੂੰ ਸ਼ਾਇਦ ਟਿਕਟ ਵੀ ਤੁਸੀਂ ਆਪ ਦਵਾਈ ਹੋਣੀ ਤੇ ਵੰਡੀਆਂ ਟਿਕਟਾਂ। ਤੇ ਫਿਰ ਅੱਜ ਹੁਣੇ ਸਾਡੇ ਸਾਹਮਣੇ ਫੋਨ ਕਿਉਂ ਨਹੀਂ ਕਰਦੇ? ਦੇਖੋ ਮੈਂ ਫੋਨ ਕਰ ਲੈਂਦਾ, ਗੱਲ ਤਾਂ ਇਹ ਕਿਸੇ ਵਕਤ ਕੀ ਹੁੰਦਾ ਹੈ, ਮੈਂ ਫੋਨ ਕਰਾਂ ਕੋਈ ਮੀਟਿੰਗ 'ਚ ਹੋਵੇ, ਮੈਂ ਪਰਸਨਲ ਫੋਨ ਨਹੀਂ, ਮੈਂ ਸੰਦੀਪ ਜੀ ਮਿਲ ਕੇ ਬਕਾਇਦਾ ਮੇਅਰ ਸਾਹਿਬ ਨੂੰ ਕੋਸ਼ਿਸ਼ ਕਰਾਂਗਾ, ਉਹਨਾਂ ਨੂੰ ਕਹਾਂਗੇ ਸਾਰਿਆਂ ਦੀ ਮੀਟਿੰਗ ਕਾਲ ਕਰੋ, ਆਪਣੇ ਸੀਨੀਅਰ ਲੀਡਰਸ ਦੀ, ਜਿੰਨੇ ਸੀਨੀਅਰ ਵਰਕਰਸ ਹੈ, ਲੀਡਰਸ ਹੈ, ਕਾਲ ਕਰੋ। ਆਪਾਂ ਇਹਨਾਂ ਨੂੰ ਦੱਸਿਆ ਸੀ ਕਿ ਕਾਣੇ ਥੋੜਾ ਸੀ ਡਰਨਾ ਕਿਸੇ BJP ਤੋਂ ਜਾਂ ਕਿਸੇ ਹੋਰ ਤੋਂ। ਅਸੀਂ ਜਵਾਬ ਦੇਵਾਂਗੇ ਇਹਦਾ, ਅਸੀਂ ਦੱਸਾਂਗੇ ਇਹਦੇ ਪੈਸੇ ਕਿੱਦਾਂ ਬਣੇ ਆ, ਕਦੋਂ ਤੱਕ ਦੇਵਾਂਗੇ। ਇਹ ਬਾਰ-ਬਾਰ ਅੱਜ ਹੀ ਗੱਲ ਕਰਾਂਗਾ, ਅੱਜ ਹੀ ਬਿਲਕੁਲ 500%। ਕੋਈ ਮੂਹਰਤ ਤਾਂ ਨਹੀਂ ਕਢਾਉਣ ਲੱਗ ਜਾਓਗੇ ਕਿ ਬ੍ਰਾਹਮਣ ਨੇ? ਮੈਂ ਆਪਣੀ ਲਾਈਫ ਦੇ ਵਿੱਚ ਕਿਸੇ ਕੰਮ ਦਾ ਮੂਰਤ ਕਢਾਇਆ ਹੀ ਨਹੀਂ।
ਮਾੜਾ ਚੰਗਾ ਪ੍ਰਭੂ ਦੇ ਹੱਥ ਹੈ, ਇਨਸਾਨ ਦੇ ਹੱਥ ਨਹੀਂ। ਮੈਂ ਸੋਚਿਆ ਹੀ ਨਹੀਂ ਕਦੇ। ਅੱਛਾ, ਕਮਜ਼ੋਰ ਆਦਮੀ ਸੋਚਦਾ ਮੂਡ ਤੋਂ ਮੈਂ ਕਢਾ ਲਵਾਂ, ਪੰਡਿਤ ਜੀ ਨੂੰ ਪੁੱਛ ਲਾਂ, ਮੇਰੇ ਮਾੜਾ ਤਾਂ ਨਹੀਂ ਹੋ ਜੂ। ਜੋ ਮਾੜਾ ਹੋਣਾ ਉਹ ਵੀ ਹੋ ਕੇ ਰਹਿਣਾ, ਜੋ ਅੱਛਾ ਹੋਣਾ ਉਹ ਵੀ ਹੋ ਕੇ ਰਹਿਣਾ। ਜੇ ਇਹ ਲੋਕੀ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਕੀ ਤੁਹਾਡੇ ਅੱਜ ਤੁਹਾਡੇ ਇਖਤਿਆਰ 'ਚ ਹੈਗਾ ਕਿ ਤੁਸੀਂ ਮਹਾਰਾਜਾ ਕੈਪਟਨ ਸਾਹਿਬ ਨੂੰ? ਬਿਲਕੁਲ ਮਹਾਰਾਜ ਸਾਹਿਬ ਤੱਕ ਵੀ ਜਾਊਂਗਾ ਵੀ ਮਹਾਰਾਜ ਸਾਹਿਬ ਅਸੀਂ ਇਹਨਾਂ ਨੂੰ ਜਵਾਬ ਦਈਏ। ਛੱਜ ਦਾ ਬੋਲੇ, ਛੰਨ ਨਹੀਂ ਵੀ ਬੋਲੇ ਯਾਰ। ਛੋਟਾ ਨਹੀਂ, ਛੋਟਾ ਇਹਦਾ ਮਤਲਬ ਇਹ ਹੋਇਆ ਵੀ ਆਪਾਂ ਉੱਠੀਏ, ਉੱਠ ਕੇ ਐਲੀਗੇਸ਼ਨ ਲਾ ਦਈਏ ਵੀ 650 ਕਰੋੜ ਦਾ ਕੰਮ 300 ਕਰੋੜ 'ਚ ਹੋ ਜਾਊਗਾ। ਇੱਕ ਪ੍ਰੈਕਟੀਕਲ ਹੁੰਦਾ ਹੈ ਯਾਰ, ਇੱਕ ਸਿਸਟਮ ਹੁੰਦਾ ਹੈ, ਇੱਕ ਤਰੀਕਾ ਹੁੰਦਾ ਹੈ ਕਿ ਅਫਸਰ ਬਹਿ ਕੇ ਪ੍ਰੋਜੈਕਟ ਨੂੰ ਬਣਾਉਂਦੇ ਆ, ਉਹਨੂੰ ਲੀਕ ਆਊਟ ਕਰ ਇਹ ਉਹਨੂੰ ਚਾਕ ਆਊਟ ਕਰਦੇ ਆ, ਉਹਦੇ ਬਾਅਦ ਫਾਈਨਲ ਫੈਸਲਾ ਲੈਂਦੇ ਆ। ਸਰਕਾਰ ਹੈ, ਮੇਅਰ ਹੈ, MLA MP ਮੰਤਰੀ ਹੈ, ਇਹ ਥੋੜਾ ਵੀ ਇੱਕਦਮ ਚੱਕ ਕੇ ਉਹ ਠੇਕਾ ਦੇਤਾ। ਹਾਂ, ਅਗਰ ਕਿਤੇ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਮੈਂ ਚਾਹਾਂਗਾ ਉਹਦਾ ਹੱਲ ਕੀਤਾ ਜਾਏ। ਅਸੀਂ ਬਿਲਕੁਲ ਨਹੀਂ ਮੂੰਹ ਛਪਾਵਾਂਗੇ। ਜੇ ਤੁਸੀਂ ਕਹੋ ਵੀ ਕੱਲ BJP ਦੇ ਵਰਕਰ ਉੱਠ ਖੜੇ ਜੀ, ਵਪਾਰੀ ਉੱਠ ਖੜੇ ਵੀ ਜੀ ਅਸੀਂ ਲੁਕ ਜਾਾਂਗੇ, ਬਿਲਕੁਲ ਨਹੀਂ ਲੁਕਾਂਗੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਾਵਾਂਗੇ ਕਹਿ ਕੇ। ਜੇ ਫਰਕ ਹੈਗਾ ਕਢਾਵਾਂਗੇ। ਅਗਰ ਠੇਕੇਦਾਰ ਲੁੱਟਣਾ ਚਾਹੁੰਦਾ ਬਿਲਕੁਲ ਨਹੀਂ ਲੁੱਟਣ ਦੇਵਾਂਗੇ ਉਹਨੂੰ। ਨਹੀਂ, ਇਹਦੇ ਵਿੱਚ ਇੱਕ ਗੱਲ ਆ ਰਹੀ ਹੈ ਕਿ ਤੁਹਾਨੂੰ ਪਹਿਲੀ ਗੱਲ ਐਜ਼ ਏ ਤੁਹਾਨੂੰ, ਤੁਸੀਂ ਇੰਡਸਟਰੀਅਲਿਸਟ ਖੁਦ ਵੀ ਹੈਗੇ ਹੋ ਔਰ ਕਾਫੀ ਸਾਲਾਂ ਤੋਂ ਅੱਜ ਦੇ ਨਹੀਂ ਹੋ, ਔਰ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਤੁਹਾਡੇ ਹੱਥੋਂ ਹੋਰ ਵੀ ਨਿਕਲੇ ਹੋਣੇ ਕਿਉਂਕਿ ਤੁਹਾਨੂੰ ਤਾਂ ਇੱਕ ਅਰਸਾ ਹੋ ਗਿਆ ਇਸ ਕਾਂਗਰਸ ਦੀ ਕਮਾਂਡ ਬਣੇ ਹੋਏ। ਕੀ ਤੁਹਾਨੂੰ ਲੱਗਦਾ 650 ਕਰੋੜ ਵਾਲਾ ਪ੍ਰੋਜੈਕਟ ਜਿਵੇਂ ਇੰਡਸਟਰੀ ਕਹਿ ਰਹੀ ਹੈ 325 ਕਰੋੜ 'ਚ ਐਕਚੁਅਲ ਹੋ ਜਾਏਗਾ ਜਾਂ ਇਹ ਸ਼ਗੂਫਾ ਹੀ ਛੱਡਿਆ ਹੋਇਆ? ਕਦੀ ਹੋਇਆ ਇੱਦਾਂ ਸੰਦੀਪ ਜੀ? ਕਦੀ ਹੋਇਆ? ਮੈਂ ਇੱਕ ਬਿਲਡਿੰਗ ਬਣਾਈ ਹੈ, ਉਦੋਂ ਬੋਰੀ ਸੀਮੈਂਟ ਦੀ ਸੀਗੀ 50 ਰੁਪਏ ਦੀ, ਅੱਜ ਬੋਰੀ 370 ਰੁਪਏ ਦੀ ਹੈ। ਉਦੋਂ ਬਜਰੀ ਮਿਲਦੀ ਸੀ 2500 ਰੁਪਏ ਦਾ ਟਰੱਕ ਭਰਿਆ ਹੋਇਆ ਵੱਡਾ, ਅੱਜ 25,000 ਦਾ ਮਿਲਦਾ। ਕਿੱਦਾਂ ਹੋ ਜਾਊਗਾ ਯਾਰ? ਇੰਨਾ ਫਰਕ ਆ ਜਾਊਗਾ, 50% ਦਾ ਫਰਕ ਆ ਜਾਏਗਾ। ਤੁਹਾਡੇ ਹਿਸਾਬ ਨਾਲ ਇੰਡਸਟਰੀ ਐਵੇਂ ਸ਼ਗੂਫਾ ਛੱਡ ਰਹੀ ਹੈ? ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦਾ, ਉਹਨਾਂ ਦੀ ਬਾਬਾ ਜੀ ਦੀ ਆਪਣੀ ਸੋਚ ਹੋਣੀ। ਉਹਨਾਂ ਨੇ ਮੇਰਾ ਖਿਆਲ ਹੈ ਕੈਲਕੂਲੇਸ਼ਨ ਕੀਤੀ ਹੋਊਗੀ, ਜਾਂ ਤਾਂ ਨਾਪੇ ਹੋਊਗਾ ਸਾਰਾ ਨਾਲਾ ਵੀ ਕੀ ਸਕੁਅਰ ਫੁੱਟ ਪੈਂਦਾ ਇਹਦੀ ਡਿਵੈਲਪਮੈਂਟ ਦਾ, ਉਹਦੇ ਹਿਸਾਬ ਨਾਲ ਗੱਲ ਕਰਦੇ ਹੋਣਗੇ। ਇਹ ਤਾਂ ਉਹੀ ਬੰਦਾ ਐਡੀ ਕੌਨਫੀਡੈਂਸ਼ੀਅਲ ਗੱਲ ਕਰ ਸਕਦਾ ਹੈ ਜਿਸ ਬੰਦੇ ਨੇ ਫੀਤਾ ਲਾ ਕੇ ਨਾੜੀ ਦੀ ਨਪੈਚ ਕੀਤੀ ਹੋਊਗੀ, ਨਪੈਚ ਕਰਕੇ ਉਹਦੇ ਸਕੁਅਰ ਫੁੱਟ ਕੱਢੇ ਹੋਣਗੇ, ਸਕੁਅਰ ਫੁੱਟ ਵਾਈਜ਼ ਉਹਦੀ ਕਾਸਟ ਕੱਢੀ ਹੋਊਗੀ, ਫਿਰ ਰੇਟ ਦੱਸੂਗਾ। ਨਹੀਂ, ਪਰ ਇਹਦਾ ਮਤਲਬ ਇਹ ਹੈ ਜੇ ਬਾਬਾ ਜੈਨ ਨੇ ਇੰਨੇ ਕੌਨਫੀਡੈਂਟਲੀ, ਉਹਨੇ ਤੁਸੀਂ ਇੰਟਰਵਿਊ ਸੁਣੀ ਹੈ ਉਹਦੇ ਵਿੱਚ ਉਹਨੇ ਕਿਹਾ ਕਿ ਭਾਈ ਮੈਂ ਸਟਾਂਪ ਪੇਪਰ ਲਿੱਤੇ ਲਿਖ ਦੇਣਾ, ਮੈਂ ਐਫੀਡੇਵਿਟ ਦੇ ਦੇਣਾ, ਜੇ ਉਹ ਇੰਨੇ ਕੌਨਫੀਡੈਂਟਲੀ ਗੱਲ ਕਰਦਾ, ਜੇ ਮੈਂ ਇਹ ਕਹਿ ਰਿਹਾ ਜੇ ਪਰ ਲੈਣ 'ਚ ਕੋਈ ਨੁਕਸਾਨ ਨਹੀਂ ਹੈ। ਮੈਂ ਕਹਿੰਦਾ, ਖੁਦ ਕਹਿੰਦਾ, ਅਗਰ ਉਹ ਕਹਿੰਦੇ ਹੈ, ਅਗਰ ਉਹ ਪੈਸਾ ਬਚਾਉਣਾ ਚਾਹੁੰਦੇ ਹੈ, ਉਹ ਖੁਦ ਕਿਹੜਾ ਮੇਅਰ ਸਾਹਿਬ ਨੂੰ ਨਹੀਂ ਜਾਣਦੇ, ਖੁਦ ਕਿਹੜਾ ਮੰਤਰੀ ਜੀ ਨੂੰ ਨਹੀਂ ਜਾਣਦੇ। ਸਾਰੀ ਜ਼ਿੰਦਗੀ ਮੰਤਰੀ ਨਾਲ ਹੀ ਰਿਹਾ ਸਾਡੇ ਦੇ ਨਾਲ। ਤੁਸੀਂ BJP ਕਹਿ ਰਹੇ ਹੋ, ਸਾਰੀ ਜ਼ਿੰਦਗੀ ਮੰਤਰੀ ਨਾਲ ਹੀ ਰਿਹਾ, ਸਾਡੇ ਮੰਤਰੀ ਸਾਹਿਬ ਨਾਲ ਹੀ ਰਿਹਾ, ਠੀਕ ਹੈ ਕਿ ਨਹੀਂ? ਸਾਰੀ ਜ਼ਿੰਦਗੀ ਮੰਤਰੀ ਸਾਹਿਬ ਨਾਲ ਰਿਹਾ, ਅੱਜ ਵੀ ਮੰਤਰੀ ਸਾਹਿਬ ਨੂੰ ਜਾ ਕੇ ਦੱਸ ਸਕਦਾ ਵੀ ਮੰਤਰੀ ਸਾਹਿਬ ਇੱਥੇ ਤੋਂ ਪੈਸੇ ਬਚ ਸਕਦੇ ਆ, ਅੱਜ ਕੀ ਹਰਜ ਹੈ? ਉਹ ਤਾਂ ਕੋਵਿਡ 'ਚ ਹੈ ਨਾ ਮੰਤਰੀ ਜੀ? ਨਹੀਂ, ਮੰਤਰੀ 'ਚ ਕੋਵਿਡ 'ਚ ਆ ਜਾਣਗੇ, ਅੱਜ ਕੱਲ੍ਹ 'ਚ ਬਾਹਰ ਆ ਜਾਣਗੇ, ਅੱਜ ਬਾਹਰ ਆ ਜਾਂਦੇ ਆ, ਕੱਲ ਬਾਹਰ ਆ ਜਾਂਦੇ ਆ। ਇਹ ਉਹਨਾਂ ਦਾ ਬਚਪਨ ਦਾ ਦੋਸਤ ਰਿਹਾ, ਉਹਨੂੰ ਜਾ ਕੇ ਦੱਸ ਸਕਦਾ। ਉਹ ਤਾਂ ਹੁਣ ਜੇ ਗੱਲ ਕਰੀਏ ਤਾਂ ਹੋ ਸਕਦਾ ਮੰਤਰੀ ਜੀ ਵੀ ਕਿਸੇ ਵੇਲੇ ਜਦੋਂ ਤੁਸੀਂ ਜ਼ਿਲ੍ਹਾ ਪ੍ਰਧਾਨ ਸੀ, ਹੋ ਸਕਦਾ ਉਹਨਾਂ ਨੇ ਪਹਿਲੀ ਵਾਰੀ ਕਾਉਂਸਲਰ ਦਾ ਇਲੈਕਸ਼ਨ ਹੀ ਉਦੋਂ ਲੜਿਆ ਹੋਵੇ ਜਾਂ ਦੂਜੀ ਵਾਰੀ ਲੜਿਆ ਹੋਵੇ, ਤੁਸੀਂ ਟਿਕਟ ਨਾ ਦਵਾਈ ਹੋਵੇ ਕੋਈ, ਤੇ ਅਸੀਂ ਤੁਹਾਨੂੰ ਵੀ ਤਾਂ ਕਹਿ ਸਕਦੇ। ਸੰਦੀਪ ਜੀ ਦੇਖੋ, ਪਰਸਨਲ ਰਿਲੇਸ਼ਨ ਅਲੱਗ ਹੈ, ਪਰਸਨਲ ਉਹ ਕਹਿੰਦਾ ਉਹ ਮੇਰਾ ਭਰਾ ਹੈ, ਪਰ ਮੇਰੀ ਗੱਲ ਸੁਣੋ, ਤੁਸੀਂ ਮੇਰੇ ਤੇ ਐਲੀਗੇਸ਼ਨ ਨਹੀਂ ਲਾ ਸਕਦੇ ਟਿਕਟ ਦਾ। ਮੰਤਰੀ ਨੂੰ ਤੁਸੀਂ ਮੰਤਰੀ ਜੀ ਹੋ ਰਹੀ ਹੈ, ਮੇਅਰ ਸਾਹਿਬ ਹੋ ਰਹੀ ਹੈ, ਮੇਰੀ ਟੈਨਿਓਰ 'ਚ ਮੈਂ ਆਪਣੇ ਹੱਥ ਨਾਲ ਟਿਕਟਾਂ ਦਿੱਤੀਆਂ ਇਹਨਾਂ ਨੂੰ। ਅੱਛਾ, ਮੈਂ ਆਪਣੀ ਟੈਨਿਓਰ 'ਚ ਆਪਣੇ ਹੱਥ ਨਾਲ ਟਿਕਟਾਂ ਦਿੱਤੀਆਂ, ਮੈਂ ਕਿਉਂ ਨਹੀਂ ਦਊਂਗਾ? ਮੈਨੂੰ ਇਹਦਾ ਖੁਸ਼ੀ ਹੈ ਕਿ ਵੀ ਮੇਰੇ ਹੱਥ ਦੇ ਲਾਏ ਬੂਟੇ ਆ। ਅੱਛਾ ਜੀ, ਹਾਂ, ਮਸਲਾ ਇਹ ਹੈ ਵੀ ਬਾਬਾ ਜੀ ਨੂੰ ਮੰਤਰੀ ਸਾਹਿਬ ਨਾਲ ਤੁਸੀਂ ਸਿਆਸੀ ਛੱਡ ਦਿਓ, ਸਮਾਜਿਕ ਤਾਂ ਹੈ ਨਾ, ਸਮਾਜ ਦਾ ਦਾਇਰਾ ਸਭ ਤੋਂ ਵੱਡਾ ਸਾਡਾ, ਸਿਆਸਤ ਬਾਅਦ 'ਚ, ਸਭ ਤੋਂ ਪਹਿਲਾਂ ਸਮਾਜ ਹੈ। ਤੁਸੀਂ ਸਮਾਜਿਕ ਤੌਰ ਤੇ ਜਾਓ ਮੰਤਰੀ ਕੋਲ ਵੀ ਭਾਈ ਇੱਥੋਂ ਪੈਸੇ ਬਚਦੇ, ਬਚਾਓ, ਪਬਲਿਕ ਦੇ ਪੈਸੇ ਆ, ਸਾਡੇ ਪੈਸੇ, ਅਸੀਂ ਲੋਕ ਟੈਕਸ ਦਿੰਦੇ ਆ, ਅਫਸਰ ਤਾਂ ਟੈਕਸ ਨਹੀਂ ਦਿੰਦੇ, ਅਫਸਰ ਤਾਂ ਖਾਂਦੇ ਆ, ਅਫਸਰ ਤਾਂ ਵੱਢਦੇ ਆ ਲੋਕਾਂ ਨੂੰ, ਟੈਕਸ ਅਸੀਂ ਦਿੰਦੇ ਆ, ਸਾਡੇ ਬੱਚੇ ਟੈਕਸ ਦਿੰਦੇ ਆ, ਸਰਕਾਰ ਸਟੇਟ ਦੀ ਅਸੀਂ ਚਲਾਉਂਦੇ ਆ, ਸੈਂਟਰ ਦੀ ਸਰਕਾਰ ਅਸੀਂ ਲੋਕ ਚਲਾਉਂਦੇ ਆ, ਟੈਕਸ ਕਿੱਥੋਂ ਆਉਂਦਾ? ਅਸੀਂ ਲੋਕ ਟੈਕਸ ਦਿੰਦੇ ਆ। ਠੀਕ ਹੈ, ਸਾਡੇ ਟੈਕਸ ਦਾ ਸਦਉਪਯੋਗ ਨਹੀਂ ਹੋਣਾ ਚਾਹੀਦਾ, ਉਹਦਾ ਸਦਉਪਯੋਗ ਹੋਣਾ ਚਾਹੀਦਾ, ਦੁਰਉਪਯੋਗ ਨਹੀਂ ਹੋਣਾ ਚਾਹੀਦਾ, ਮਾੜੇ ਪਾਸੇ ਨਹੀਂ ਪੈਸੇ ਲੱਗਣੇ ਚਾਹੀਦੇ, ਖੱਬੇ ਸੱਜੇ ਨਹੀਂ ਹੋਣੇ ਚਾਹੀਦੇ, ਮੈਂ ਨਹੀਂ ਕਹਿੰਦਾ। ਪਰ ਜੇ ਬਾਬਾ ਜੀ ਕੋਲ ਕੋਈ ਪ੍ਰੋਜੈਕਟ ਵਧੀਆ ਹੈਗਾ, ਉਹ ਸਾਡੇ ਮੰਤਰੀ ਸਾਹਿਬ ਕੋਲ ਵੀ ਜਾ ਸਕਦੇ ਆ, ਮੇਅਰ ਸਾਹਿਬ ਕੋਲ ਵੀ ਜਾ ਸਕਦੇ ਜੀ, ਐਦਾਂ ਕਰ ਲਓ, ਐਦਾਂ ਪੈਸੇ ਬਚਦੇ ਆ, ਮੈਂ ਨਾਲ ਚੱਲੂ। ਮੈਂ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ, ਤੁਸੀਂ ਬੜੀ ਵਧੀਆ ਗੱਲ ਕੀਤੀ। ਬਾਬਾ ਜੀ ਨੇ ਇੱਕੋ ਚੀਜ਼ ਕਹੀ ਹੈ, ਤੁਹਾਡਾ ਪ੍ਰੋਜੈਕਟ, ਤੁਹਾਡੀ ਪ੍ਰੋਜੈਕਟ ਰਿਪੋਰਟ ਸਿਰਫ
ਅਸੀਂ ਬਣਾ ਦਿੰਨੇ ਆ 325 ਕਰੋੜ ਚ 50% ਡਿਸਕਾਊਂਟ। ਤੁਸੀਂ ਤਾਂ ਅੱਜ ਹੌਜ਼ਰੀ ਵਾਲੇ ਹੋ। ਦੇਖੋ ਗੱਲ ਸੁਣੋ, ਦੇਖੋ ਇਹ ਜਿਹੜੀ ਪ੍ਰੋਜੈਕਟ ਰਿਪੋਰਟ ਹੈ ਨਾ ਤਾਂ ਇਹ ਕਾਂਗਰਸ ਦੀ ਹੈ, ਨਾ ਇਹ ਪ੍ਰੋਜੈਕਟ ਰਿਪੋਰਟ ਬੀਜੇਪੀ ਦੀ ਹੈ, ਨਾ ਪ੍ਰੋਜੈਕਟ ਰਿਪੋਰਟ ਕਿਸੇ ਪੋਲੀਟੀਕਲ ਪਾਰਟੀ ਦੀ ਹੈ। ਇਹ ਜਿਹੜੀ ਪ੍ਰੋਜੈਕਟ ਰਿਪੋਰਟ ਬਣੀ ਹੈ ਪਬਲਿਕ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਇਹ ਕੱਚਾ ਕੋਡ ਹੈ, ਕਈ ਸਾਲ ਤੋਂ ਚੱਲਦਾ ਜਾ ਰਿਹਾ, ਜਿਹਦਾ ਅੱਜ ਦੀ ਕਿਸੇ ਨੇ ਸੁਧ ਲਈ ਨਹੀਂ। ਅਗਰ ਅੱਜ ਮਹਾਰਾਜ ਸਾਹਿਬ ਨੇ ਉਦਮ ਕਰਕੇ 650 ਕਰੋੜ ਰੁਪਈਆ ਲਿਆਂਦਾ ਹੈ, ਕਿਰਪਾ ਕਰਕੇ ਇਹਦੀ ਡਿਵੈਲਪਮੈਂਟ ਹੋਣ ਦਿਓ। ਜੇ ਕਿਤੇ ਕੋਈ ਕਮੀ ਪੇਸ਼ੀ ਹੈਗੀ, ਮੈਂ ਬਾਬਾ ਜੈਨ ਮੇਰੇ ਅਜ਼ੀਜ਼ ਹੈ, ਮੇਰੇ ਛੋਟੇ ਭਾਈ ਹੈ, ਮੇਰੇ ਨਾਲ ਬਹੁਤ ਇਹਨਾਂ ਨੇ ਵੀ ਲੜਾਈ। ਮੰਤਰੀ ਜੀ ਅਜ਼ੀਜ਼ ਨਹੀਂ ਹੈ ਤੁਹਾਡੇ? ਨਹੀਂ, ਮੰਤਰੀ ਵੀ ਅਜ਼ੀਜ਼ ਹੈ ਮੇਰਾ, ਮੈਂ ਤਾਂ ਨਹੀਂ ਕਹਿੰਦਾ। ਉਹਨਾਂ ਦੀ ਮੀਟਿੰਗ ਕਰਾ ਦਿਓ। ਦੇਖੋ ਗੱਲ ਇਹ ਹੈ ਵੀ ਬਾਬਾ ਜੀ ਨੇ ਐਲੀਗੇਸ਼ਨ ਲਾਇਆ, ਮੀਟਿੰਗ ਬਾਬਾ ਜੀ ਕਰਨਗੇ। ਜੇ ਮੈਂ ਤਾਂ ਕਿਹਾ ਮੀਟਿੰਗ ਕਰਾ ਦਿਓ। ਜੇ ਮੈਂ ਕਹਿੰਦਾ ਮੈਂ ਨਹੀਂ ਕਰਾ ਸਕਦਾ, ਮੈਨੂੰ ਮੰਤਰੀ ਜੀ ਬੁਲਾਉਣਗੇ, ਇਸ ਮਸਲੇ ਮੈਂ ਜਾਣ ਲਈ ਤਿਆਰ ਹਾਂ। ਬਾਬਾ ਜੈਨ ਬੈਠੋਗੇ, ਮੈਂ ਜਾਣ ਲਈ ਤਿਆਰ ਹਾਂ। ਮੇਰੇ ਸਾਹਿਬ ਬੁਲਾਉਣਗੇ, ਮੈਂ ਜਾਣ ਲਈ ਤਿਆਰ ਹਾਂ। ਮਗਰ ਇਹ ਹੈ ਵੀ ਇਹ ਜਿਹੜਾ ਮਸਲਾ ਹੈ, ਕਿਰਪਾ ਕਰਕੇ ਅਗਰ ਮਹਾਰਾਜ ਸਾਹਿਬ ਨੇ ਐਡਾ ਵੱਡਾ ਉਦਮ ਕੀਤਾ, ਇਹਨੂੰ ਡਿਵੈਲਪਮੈਂਟ ਹੋ ਲੈਂਦੇ ਹੋ, ਇਹ ਕੱਚੇ ਕੋਡ ਤੋਂ ਲੋਕਾਂ ਨੂੰ ਬਚ ਲੈਂਦੇ ਹੋ। ਮਤਲਬ ਤੁਹਾਡੇ ਕਹਿਣ ਦਾ ਮਤਲਬ ਅਸੀਂ ਮੀਡੀਆ ਜਾ ਕੇ ਉਛਾਲ ਕੇ ਗੱਲਾਂ ਇੱਕ ਦੂਸਰੇ ਤੱਕ ਪਹੁੰਚਾ ਕੇ ਅਸੀਂ ਰੁਕਵਾ ਰਹੇ ਹਾਂ। ਮੀਡੀਆ ਚੌਥਾ ਪਿਲਰ ਹੈ। ਮੀਡੀਆ ਕਦੇ ਵੀ ਨਹੀਂ ਚਾਹੇਗਾ ਵੀ ਮੇਰੇ ਸ਼ਹਿਰ ਦੀ ਡਿਵੈਲਪਮੈਂਟ ਨਾ ਹੋਵੇ। ਮੀਡੀਆ ਦਾ ਜਿੱਥੇ ਡਿਵੈਲਪਮੈਂਟ ਨਹੀਂ ਉੱਥੇ ਚੀਕਾਂ ਮਾਰਦੇ ਵੀ ਇੱਥੇ ਡਿਵੈਲਪਮੈਂਟ ਕਰੋ। ਜੇ ਕਿਤੇ ਸੜਕ ਨਹੀਂ ਉੱਥੇ ਮੀਡੀਆ ਰੌਲਾ ਪਾਉਂਦਾ ਜਾ ਕੇ ਇੱਥੇ ਸੜਕਾਂ ਬਣਾਓ। ਮੀਡੀਆ ਦਾ ਬਹੁਤ ਵੱਡਾ ਅਹਿਮ ਰੋਲ ਹੈ। ਮੀਡੀਆ ਮੈਂ ਇਹੀ ਤਾਂ ਕਹਿ ਰਿਹਾ, ਤੁਸੀਂ ਪੁਰਾਣੇ ਸੀਨੀਅਰ ਹੋ, ਕਿਉਂਕਿ ਤੁਹਾਡੀ ਰਿਸਪੈਕਟ ਬਾਬਾ ਜੈਨ ਵੀ ਕਰਦੇ ਹੋਣੇ, ਤੁਹਾਡੀ ਰਿਸਪੈਕਟ ਆਸ਼ੂ ਜੀ ਵੀ ਕਰਦੇ ਹੋਣੇ, ਮੰਤਰੀ ਸਾਹਿਬ, ਮੇਅਰ ਸਾਹਿਬ ਵੀ ਕਰਦੇ ਹੋਣੇ, ਕਿਉਂਕਿ ਤੁਸੀਂ ਇਹ ਬਹੁਤ ਸਾਰਿਆਂ ਨੂੰ ਬੂਟੇ, ਜਿਵੇਂ ਤੁਸੀਂ ਆਪ ਕਹੇ ਕਿ ਅਸੀਂ ਆਪ ਲਾਏ, ਸੰਜੇ ਤਲਵਾਰ ਜੀ ਵੀ ਕਰਦੇ ਹੋਣੇ। ਹੋ ਸਕਦਾ ਹੈ ਅੱਜ ਉਹਨਾਂ 'ਚ ਕਿਤੇ ਵਿਚਾਰ ਮਤਭੇਦ ਹੋਵੇ, ਤੇ ਤੁਸੀਂ ਐਜ਼ ਏ ਸੀਨੀਅਰ, ਕਿਉਂਕਿ ਤੁਸੀਂ ਕਾਂਗਰਸੀ ਵੀ ਹੋ, ਤੁਹਾਡੀ ਸਰਕਾਰ ਵੀ ਹੈ, ਤੁਸੀਂ ਐਜ਼ ਏ ਸੀਨੀਅਰ ਤੁਸੀਂ ਕਿਉਂ ਨਹੀਂ ਇੱਕ ਉਪਰਾਲਾ ਕਰਦੇ ਕਿ ਸਾਰਿਆਂ ਨੂੰ ਇਕੱਠੇ? ਮੈਂ ਮੇਅਰ ਸਾਹਿਬ ਨਾਲ ਅੱਜ ਹੀ ਤੁਹਾਨੂੰ ਦੱਸਿਆ, ਪਹਿਲਾਂ ਵੀ ਮੈਂ ਅੱਜ ਹੀ ਗੱਲ ਕਰਾਂਗਾ, ਫੋਨ ਕਰਕੇ ਟਾਈਮ ਲੈ ਕੇ ਮੈਂ ਬਕਾਇਦਾ ਤੁਹਾਨੂੰ ਵਿੱਚ ਬੁਲਾਊਂਗਾ ਵੀ ਆਓ ਸੰਦੀਪ ਜੀ ਆਪਣਾ ਸਾਰਾ ਮੀਡੀਆ ਲੈ ਕੇ ਅਸੀਂ ਆਹ ਪਲਾਨ ਕੀਤਾ। ਬਿਲਕੁਲ ਕਰਾਂਗੇ, ਪਬਲਿਕ ਕਾਜ ਹੈ, ਇਹਦੇ ਲਈ ਜੋ ਕਰਨਾ ਪਏ ਕਰਾਂਗੇ ਅਸੀਂ। ਠੀਕ ਹੈ ਜੀ। ਤੇ ਅਸੀਂ ਤੁਹਾਡੇ ਇਸ ਚੀਜ਼ ਦੀ ਕਿਉਂਕਿ ਸਾਨੂੰ ਪਤਾ ਕਿ ਤੁਹਾਡੀ ਜਿਹੜੀ ਤੁਸੀਂ ਕੋਈ ਚੀਜ਼ ਕਹਿ ਦਿੰਦੇ ਹੋ ਤਾਂ ਪੱਥਰ ਤੇ ਲਕੀਰ ਹੁੰਦੀ ਹੈ। 500% ਕਰਾਂਗਾ, ਮੇਅਰ ਸਾਹਿਬ ਨਾਲ ਗੱਲ ਕਰਾਂਗਾ ਵੀ ਮੇਅਰ ਸਾਹਿਬ ਬੁਲਾਓ ਸਾਰੇ, ਮੈਂ ਵੀ ਨਾਲ ਆ ਰਹੇ ਹਾਂ, ਵਿੱਚ ਤੁਹਾਨੂੰ ਵੀ ਬੁਲਾਉਂਗਾ ਵੀ ਆਹ ਪ੍ਰੋਜੈਕਟ ਹੈ ਜੀ, ਆਹ ਗੱਲ। ਤੁਹਾਡੇ ਕੋਲ ਸਾਡਾ ਨੰਬਰ ਹੈਗਾ ਨਾ? ਇਹ ਤਾਂ ਨਹੀਂ ਉਸ ਟਾਈਮ ਕੋਲ ਨੰਬਰ ਨਹੀਂ? ਨਹੀਂ ਕਿਉਂ ਨਹੀਂ ਹੈ, ਮੇਰੇ ਕੋਲ ਨੰਬਰ ਤੁਹਾਡਾ ਹੈਗਾ। ਚਲੋ ਠੀਕ ਹੈ ਜੀ, ਧੰਨਵਾਦ। ਓਕੇ ਜੀ। ਤੇ ਦੋਸਤੋ, ਇਹ ਸੀਗੇ ਜਗਮੋਹਨ ਸ਼ਰਮਾ ਜੀ, ਪੂਰਵ ਜਿਹੜੇ ਜ਼ਿਲ੍ਹਾ ਕਾਂਗਰਸ ਅਧਿਕਸ਼ ਹੈ। ਇਹਨਾਂ ਨੇ ਬੜਾ ਕਲੀਅਰ ਕਿਹਾ। ਹਾਲਾਂਕਿ ਸਾਨੂੰ ਇਹਨਾਂ ਦੀ ਗੱਲਾਂ 'ਚ ਇਹ ਜ਼ਰੂਰ ਲੱਗਿਆ ਕਿਤੇ ਨਾ ਕਿਤੇ ਕੀ ਹੋ ਸਕਦਾ, ਸ਼ਾਇਦ ਅਸੀਂ ਡਾਊਟਫੁਲ ਹੋਏ। ਮੈਂ ਡਾਊਟਫੁਲ ਕਹਿ ਰਿਹਾ ਕਿ ਸ਼ਾਇਦ ਪੁਰਾਣੇ ਕਾਂਗਰਸੀਆਂ ਦੀ ਪਤਾ ਨਹੀਂ ਘੱਟ ਹੋਇਆ ਇਸ ਟਾਈਮ, ਪਕੜ ਘੱਟ ਆਈ ਆ, ਉਹਨਾਂ ਦੀ ਪੁੱਛਗਿੱਛ ਘੱਟ ਹੈ, ਜਿਹੜਾ ਇਹ ਬਾਰ-ਬਾਰ ਹਿਚਕਿਚਾ ਰਹੇ ਕਿ ਮੈਂ ਫੋਨ ਨਹੀਂ ਕਰਾਂਗਾ, ਮੈਨੂੰ ਬੁਲਾਇਆ ਜਾਏਗਾ ਤਾਂ ਪਤਾ ਨਹੀਂ ਕਿਹੜੀ ਗੱਲਾਂ ਹੈ। ਪਰ ਇਹਨਾਂ ਨੇ ਬੜੀ ਕਲੀਅਰ ਚੀਜ਼ ਕਹੀ ਹੈ ਕਿ ਜੇ ਜਨਤਾ ਦਾ ਪੈਸਾ ਔਰ ਜਨਤਾ ਦੇ ਹੱਕ 'ਚ ਹੀ ਲੱਗਦਾ ਹੈ, ਜਨਤਾ ਦੀ ਇੱਕ ਜੇ ਸਾਹਮਣੇ ਰੱਖ ਕੇ ਕੋਈ ਉਹਨਾਂ ਦੀ ਤਸੱਲੀ ਹੋ ਸਕਦੀ ਤਾਂ ਉਹ ਬਿਲਕੁਲ ਕਰਾਉਣੀ ਚਾਹੀਦੀ ਹੈ। ਬਾਕੀ ਇਹਨਾਂ ਨੇ ਇੱਕ ਚੀਜ਼ ਜ਼ਰੂਰ ਕਹੀ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਲੁਧਿਆਣਾ ਦੀ ਨੁਹਾਰ ਬਦਲ ਸਕਦਾ ਹੈ, ਤਾਂ ਇਸ ਲਈ ਇਸ ਪ੍ਰੋਜੈਕਟ ਨਹੀਂ ਰੁਕਣਾ ਚਾਹੀਦਾ, ਪ੍ਰੋਜੈਕਟ ਹਰ ਹਾਲਤ 'ਚ ਹੋਣਾ ਚਾਹੀਦਾ। ਇੱਦਾਂ ਹੀ ਤੁਹਾਨੂੰ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।